ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Students, today we read our next topic, why non-cooperation means ਮਹਾਤਮਾ ਗਾਂਧੀ ਨੇ ਆਪਣਾ ਵਿਰੋਧ ਪ੍ਰਦਰਸ਼ਨ ਕਰਨ ਵਾਸਤੇ ਅਸਹਿਯੋਗ ਅੰਦੋਲਨ ਹੀ ਕਿਉਂ ਚੁਣਿਆ। In his book Hind Swaraj 1909, Mahatma Gandhi declared British rule was established in India with the cooperation of the Indian and survived only because of this cooperation। ਆਪਣੀ ਬੁੱਕ ਹਿੰਦ ਸਵਰਾਜ ਜੋ ਕਿ 1909 ਨੂੰ ਪਬਲਿਸ਼ ਹੋਈ ਆ, ਉਸ ਵਿੱਚ ਮਹਾਤਮਾ ਗਾਂਧੀ ਨੇ ਸਪਸ਼ਟ ਤੌਰ 'ਤੇ ਜਿਹੜਾ ਲਿਖਿਆ ਹੋਇਆ ਹੈ ਕਿ ਭਾਰਤ ਵਿੱਚ ਅੰਗਰੇਜ਼ਾਂ ਦਾ ਰਾਜ ਸਿਰਫ ਭਾਰਤੀ ਲੋਕਾਂ ਦੇ ਸਹਿਯੋਗ ਦੇ ਕਰਕੇ ਹੀ ਸਥਾਪਿਤ ਹੋਇਆ ਹੈ ਅਤੇ ਉਨਾ ਚਿਰ ਤੱਕ ਹੀ ਸਰਵਾਈਵਡ ਜੀਵਤ ਰਹਿ ਸਕਦਾ ਹੈ, ਚੱਲ ਸਕਦਾ ਹੈ, ਜਿੰਨਾ ਚਿਰ ਭਾਰਤੀ ਲੋਕ ਇਹਦਾ ਸਹਿਯੋਗ ਕਰਨਗੇ। If India refused to cooperation with British rule in India collapsed within a year। ਮਹਾਤਮਾ ਗਾਂਧੀ ਦਾ ਮੰਨਣਾ ਸੀ ਕਿ ਜੇਕਰ ਭਾਰਤੀ ਲੋਕ ਅੰਗਰੇਜ਼ਾਂ ਦਾ ਸਹਿਯੋਗ ਕਰਨ ਤੋਂ ਇਨਕਾਰ ਕਰ ਦੇਣ ਅਤੇ ਭਾਰਤ ਵਿੱਚੋਂ ਅੰਗਰੇਜ਼ਾਂ ਦਾ ਰਾਜ, ਬ੍ਰਿਟਿਸ਼ ਦਾ ਰਾਜ 1 ਸਾਲ ਦੇ ਵਿੱਚ ਕੋਲੈਪਸ ਖਤਮ ਹੋ ਸਕਦਾ ਹੈ। ਨੈਕਸਟ ਪੁਆਇੰਟ ਇਜ਼ ਹਾਊ ਕੁਡ ਨਾਨ ਕੋਆਪਰੇਸ਼ਨ ਬਿਕਮ ਏ ਮੂਵਮੈਂਟ। ਮਹਾਤਮਾ ਗਾਂਧੀ ਵੱਲੋਂ ਜਾਂ ਇੱਕ ਪੀਪਲ ਵੱਲੋਂ ਕੁਐਸਚਨ ਸੀ, ਜਾਂ ਸਾਡੇ ਵੱਲੋਂ ਕਹਿ ਸਕਦੇ ਅਸੀਂ ਲੈਸਨ ਰੀਡ ਕਰਦੇ ਕਰਦੇ ਇਹ ਥਿੰਕਿੰਗ ਸਾਡੇ ਮਨ ਦੇ ਵਿੱਚ, ਮਾਈਂਡ ਵਿੱਚ ਆਈਏ ਕਿ ਅਸਹਿਯੋਗ, ਕਿਸੇ ਦਾ ਸਹਿਯੋਗ ਨਾ ਕਰੀਏ, ਉਹ ਚੀਜ਼ ਮੂਵਮੈਂਟ ਕਿਵੇਂ ਹੋ ਸਕਦੀ ਆ। ਅਤੇ ਮੂਵਮੈਂਟ ਦਾ ਅਰਥ ਕੀ ਹੈ? ਅੰਦੋਲਨ ਆਪਾਂ ਉਸ ਚੀਜ਼ ਨੂੰ ਆਖ ਸਕਦੇ ਹਾਂ ਜਦੋਂ ਕੋਈ ਚੀਜ਼ ਜਿਹੜਾ ਪੂਰੇ ਆਪਣੇ ਕੰਟਰੀ ਵਾਈਜ਼ ਜਿਹੜਾ ਵਾ ਸਪਰੈਡ ਹੋ ਜਾਂਦੀ ਆ। ਅਗਰ ਆਪਾਂ ਆਪਣੇ ਪਿੰਡ ਦੇ ਵਿੱਚ ਜਾਂ ਆਪਣੇ ਸ਼ਹਿਰ ਦੇ ਵਿੱਚ ਕਿਸੇ ਆਪਣੀ ਡਿਮਾਂਡ ਨੂੰ ਲੈ ਕੇ ਧਰਨਾ ਦਿੰਦੇ ਹਾਂ, ਸਟ੍ਰਾਈਕ ਕਰਦੇ ਹਾਂ, ਜਾਂ ਗੌਰਮੈਂਟ ਆਫਿਸ ਹੈ ਜਿਹੜੇ ਸੀਜ਼ ਕਰਦੇ ਹਾਂ, ਉਹਨੂੰ ਆਪਾਂ ਮੂਵਮੈਂਟ ਨਹੀਂ ਬੋਲਾਂਗੇ। ਮੂਵਮੈਂਟ ਉਹ ਹੁੰਦਾ ਹੈ ਜਦੋਂ ਇੱਕ ਹੀ ਡਿਮਾਂਡ ਸਾਰੇ ਲੋਕਾਂ ਦੀ ਹੋਵੇ ਅਤੇ ਉਸ ਡਿਮਾਂਡ ਨੂੰ ਪੂਰੀ ਕਰਵਾਉਣ ਵਾਸਤੇ ਆਲ ਓਵਰ ਸਾਰੇ, ਹਰ ਇੱਕ ਤਰ੍ਹਾਂ ਦੇ ਰਿਚ, ਪੂਅਰ, ਟਰੇਡਰ, ਵਰਕ, ਐਵਰੀਵਨ, ਹਰ ਇੱਕ ਤਰ੍ਹਾਂ ਦੇ ਲੋਕ ਜਿਹੜਾ ਉਸ ਚੀਜ਼ ਨੂੰ ਪ੍ਰਾਪਤ ਕਰਨ ਲਈ ਆਪਣੀ ਵਿਰੋਧਤਾ ਜਿਹੜੇ ਜਤਾ ਰਹੇ ਹੋਣ। ਨੈਕਸਟ, ਗਾਂਧੀ ਪ੍ਰਪੋਜ਼ ਡੈਟ ਦਾ ਮੂਵਮੈਂਟ ਸ਼ੁੱਡ ਅਨਫੋਲਡ ਇਨ ਸਟੇਜਿਸ। ਗਾਂਧੀ ਜੀ ਦਾ ਕਹਿਣਾ ਸੀ ਕਿ ਮੂਵਮੈਂਟ ਇਹ ਨਾਨ ਕੋਆਪਰੇਸ਼ਨ ਅੰਦੋਲਨ ਇਸ ਤਰ੍ਹਾਂ ਬਣੇਗਾ, ਇਸ ਨੂੰ ਆਪਾਂ ਇੱਕ ਵਾਰ ਹੀ ਜਿਹੜਾ ਵਾ ਲਾਗੂ ਨਹੀਂ ਕਰਾਂਗੇ, ਸਟੈਪ ਬਾਏ ਸਟੈਪ। ਜਿਵੇਂ ਆਪਾਂ ਇੱਕ ਮਕਾਨ ਦੀ ਉਸਾਰੀ ਕਰਨੀ ਹੋਵੇ, ਸਭ ਤੋਂ ਪਹਿਲਾਂ ਆਪਾਂ ਮਟੀਰੀਅਲ ਇਕੱਠਾ ਕਰਦੇ ਹਾਂ, ਦੈਨ ਵੀ ਐਸਟੈਬਲਿਸ਼ ਫਾਊਂਡੇਸ਼ਨ ਆਫ ਦਾ ਹਾਊਸ ਐਂਡ ਦੈਨ ਵੀ ਫੋਮ ਵਾਲਸ ਐਕਸੈਕਟਰਾ। ਇਸੇ ਤਰੀਕੇ ਜਿਵੇਂ ਆਪਾਂ ਘਰ ਦੀ ਉਸਾਰੀ ਕਰਨ ਵਾਸਤੇ ਪਹਿਲਾਂ ਮਟੀਰੀਅਲ ਇਕੱਠਾ ਕਰਦੇ ਹਾਂ, ਨੀਂਹ ਰੱਖਦੇ ਹਾਂ, ਕੰਧਾਂ ਉਸਾਰਦੇ ਹਾਂ, ਇਸੇ ਤਰੀਕੇ ਮਹਾਤਮਾ ਗਾਂਧੀ ਦਾ ਕਹਿਣਾ ਸੀ ਕਿ ਅਸੀਂ ਜਿਹੜਾ ਮੂਵਮੈਂਟ ਹੈ, ਅੰਦੋਲਨ ਆ, ਉਹਨੂੰ ਸਟੈਪ ਬਾਏ ਸਟੈਪ ਜਿਹੜਾ ਵਾ ਅੱਗੇ ਲੈ ਕੇ ਜਾਵਾਂਗੇ, ਅਨਫੋਲਡ ਅੱਗੇ ਲੈ ਕੇ ਜਾਵਾਂਗੇ। ਸਭ ਤੋਂ ਪਹਿਲਾ ਕੰਮ ਕਹਿੰਦੇ ਕੀ ਕੀਤਾ ਜਾਏਗਾ? ਬਿਗਿਨ ਵਿਦ ਦਾ ਸਰੈਂਡਰ ਆਫ ਦਾ ਟਾਈਟਲ ਮੀਨਸ ਖਿਤਾਬ। ਜਿਵੇਂ ਤੁਹਾਨੂੰ ਹੁਣ ਕਲਾਸ ਦੇ ਵਿੱਚ ਕੁਛ ਇੰਟੈਲੀਜੈਂਟ ਬੱਚੇ ਆ ਜਾਂ ਜਿਨ੍ਹਾਂ ਦਾ ਵਰਕ ਵਧੀਆ ਹੋ ਜਾਂਦਾ ਹੈ, ਉਹਨਾਂ ਨੂੰ ਆਪਾਂ ਕਾਉਂਸਲਰ, ਪ੍ਰੀਫੈਕਟ, CR ਐਕਸੈਕਟਰਾ ਟਾਈਟਲ ਦੇ ਦਿੰਦੇ ਹਾਂ। ਇਸੇ ਤਰ੍ਹਾਂ ਸੁਸਾਇਟੀ ਦੇ ਵਿੱਚ ਵਧੀਆ ਵਰਕ ਕਰਨ ਵਾਲੇ ਲੋਕਾਂ ਨੂੰ ਉਸ ਸਮੇਂ ਗੌਰਮੈਂਟ ਵੱਲੋਂ, ਅੱਜ ਵੀ ਜਿਸ ਤਰ੍ਹਾਂ ਗੌਰਮੈਂਟ ਵੱਲੋਂ ਭਾਰਤ ਰਤਨ, ਪਦਮ ਅਵਾਰਡ, ਪਦਮ ਸ਼੍ਰੀ, ਪਰਮਵੀਰ ਚੱਕਰ ਐਕਸੈਕਟਰਾ ਅਵਾਰਡ ਦਿੱਤੇ ਜਾਂਦੇ। ਉਸ ਸਮੇਂ ਜਿਹੜੇ ਲੋਕਾਂ ਨੂੰ ਬ੍ਰਿਟਿਸ਼ ਵੱਲੋਂ ਅਵਾਰਡ ਦਿੱਤੇ ਗਏ ਸੀ, ਮਹਾਤਮਾ ਗਾਂਧੀ ਦਾ ਕਹਿਣਾ ਕਿ ਸਭ ਤੋਂ ਪਹਿਲਾਂ ਇਹ ਲੋਕ ਆਪਣੇ ਅਵਾਰਡ ਇੱਕ ਰੋਸ ਪ੍ਰਦਰਸ਼ਨ ਵਜੋਂ ਗੌਰਮੈਂਟ ਨੂੰ ਜਿਹੜਾ ਵਾਪਸ ਕਰਨਗੇ। ਬਾਈਕਾਟਡ ਔਰ ਸਿਵਲ ਸਰਵਿਸ, ਗੌਰਮੈਂਟ ਵੱਲੋਂ ਸਾਨੂੰ ਜੋ ਵੀ ਸਹੂਲਤਾਂ ਦਿੱਤੀਆਂ ਜਾਂਦੀਆਂ, ਮਤਲਬ ਗੌਰਮੈਂਟ ਦੇ ਜਿੰਨੇ ਆਫਿਸ ਆ, ਆਰਮੀ, ਪੁਲਿਸ, ਸਕੂਲ, ਕਾਲਜ, ਕੋਰਟਸ ਐਕਸੈਕਟਰਾ, ਇਹਨਾਂ ਸਾਰਿਆਂ ਦਾ ਬਾਈਕਾਟ ਕੀਤਾ ਜਾਏ, ਇਹਨਾਂ ਦੀ ਆਪਾਂ ਸਰਵਿਸ ਸੇਵਾ ਲੈਣੀ ਜਿਹੜੀ ਬੰਦ ਕੀਤੀ ਜਾਵੇ। ਦੂਸਰੇ ਸ਼ਬਦ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਕੋਈ ਵੀ ਚੀਜ਼ ਜੋ ਕਿ ਗੌਰਮੈਂਟ ਵੱਲੋਂ ਕੰਟਰੋਲ ਕੀਤੀ ਜਾ ਰਹੀ ਆ, ਗੌਰਮੈਂਟ ਦੇ ਅਧਿਕਾਰ ਹੇਠ ਹੈ, ਉਸ ਚੀਜ਼ ਨੂੰ ਵਰਤਣ ਤੋਂ ਜਿਹੜਾ ਆਪਾਂ ਗੁਰੇਜ਼ ਕੀਤਾ ਜਾਵੇ, ਵਰਤਣ ਤੋਂ ਨਾ ਕਰ ਦਿੱਤੀ ਜਾਵੇ। ਨੈਕਸਟ ਵੀ ਹੈ ਦੈਨ ਗੌਰਮੈਂਟ ਰਿਪਰੈਸ਼ਨ ਫੁੱਲ ਸਿਵਲ ਡਿਸਓਬੀਡੀਐਂਸ ਕੈਂਪੇਨ ਵੁੱਡ ਬੀ ਦਾ ਲਾਂਚ। ਮਹਾਤਮਾ ਗਾਂਧੀ ਕਹਿੰਦੇ ਸੀ ਜਦੋਂ ਅਸੀਂ ਇਹ ਕੰਮ ਕਰਾਂਗੇ ਫਿਰ ਗੌਰਮੈਂਟ ਸਾਨੂੰ ਰਿਪਰੈਸ਼ਨ ਦਬਾਉਣ ਦੀ ਕੋਸ਼ਿਸ਼ ਕਰੇਗੀ। ਜਦੋਂ ਸਾਨੂੰ ਗੌਰਮੈਂਟ ਦਬਾਉਣ ਦੀ ਕੋਸ਼ਿਸ਼ ਕਰੇਗੀ, ਉਸ ਵੇਲੇ ਅਸੀਂ ਪੂਰੇ ਫਿਰ ਦੇਸ਼ ਦੇ ਵਿੱਚ ਹੌਲੀ ਹੌਲੀ ਜਿਹੜਾ ਬ੍ਰਿਟਿਸ਼ ਵੱਲੋਂ ਬਣਾਏ ਗਏ ਕਾਨੂੰਨ ਹੈ, ਜਿਹੜੇ ਸਿਵਲ ਕਾਨੂੰਨ ਆ, ਉਹਨਾਂ ਨੂੰ ਭੰਗ ਕਰਨਾ, ਤੋੜਨਾ ਸ਼ੁਰੂ ਕਰ ਦੇਵਾਂਗੇ। ਇੱਕ ਜਿਹੜੀ ਮੁਹਿੰਮ ਚਲਾਈ ਜਾਏਗੀ ਕਿ ਹੌਲੀ ਹੌਲੀ ਅੰਗਰੇਜ਼ਾਂ ਦੇ, ਬ੍ਰਿਟਿਸ਼ ਦੇ ਜਿਹੜੇ ਵੀ ਲਾਅ ਪੋਸੀਬਲ ਆ, ਉਹਨਾਂ ਨੂੰ ਜਿਹੜਾ ਬ੍ਰੇਕ ਕੀਤਾ ਜਾਵੇ। ਸਮਰ 1920 ਮਹਾਤਮਾ ਗਾਂਧੀ ਸ਼ੌਕਤ ਅਲੀ ਟੂ ਸਪੋਰਟ ਫਾਰ ਦਾ ਮੂਵਮੈਂਟ।
1920 ਈਸਵੀ ਦੀਆਂ ਗਰਮੀਆਂ ਵਿੱਚ ਮਹਾਤਮਾ ਗਾਂਧੀ ਸ਼ੌਕਤ ਅਲੀ ਨੇ ਪੂਰੇ ਦੇਸ਼ ਦੇ ਵੱਖਰੇ ਵੱਖਰੇ ਪਾਰਟਸ ਦਾ ਜਿਹੜਾ ਵਾ ਟੂਰ ਕੀਤਾ, ਦੌਰਾ ਕੀਤਾ ਹੈ ਅਤੇ ਲੋਕਾਂ ਨੂੰ ਇਸ ਮੁਹਿੰਮ ਦੇ ਬਾਰੇ ਜਾਣਕਾਰੀ ਦਿੱਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇੱਕ ਅੰਦੋਲਨ ਚਲਾ ਰਹੇ ਹਾਂ। ਇਸ ਅੰਦੋਲਨ ਨੂੰ ਕਿਵੇਂ ਚਲਾਉਣਾ ਹੈ, ਆਪਾਂ ਕਿਹੜੀਆਂ ਚੀਜ਼ਾਂ ਨੂੰ ਲੀਵ ਕਰਨਾ ਹੈ, ਲੋਕਾਂ ਨੂੰ ਜਿਹੜਾ ਅਵੇਅਰਨੈਸ ਕਰਕੇ ਇਸ ਮੂਵਮੈਂਟ ਵਾਸਤੇ ਜਿਹੜਾ ਪ੍ਰਿਪੇਅਰ ਕੀਤਾ ਹੈ। Many within the Congress were however concerned about the proposal. They feared due to the council election scheduled for November 1920, movement might lead to popular violence. ਕਾਂਗਰਸ ਦੇ ਕੁਛ ਲੀਡਰਾਂ ਨੂੰ ਜਿਹੜਾ ਇਸ ਗੱਲ ਦੇ ਸ਼ੱਕ ਸੀ, ਜਾਂ ਕਹਿ ਸਕਦੇ ਉਹਨਾਂ ਨੂੰ ਪ੍ਰੋਬਲਮ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਨਵੰਬਰ 1920 ਦੇ ਵਿੱਚ ਜਦੋਂ ਵਾਇਸਰਾਏ ਦੀ ਇਲੈਕਸ਼ਨ ਦੇ ਕੌਂਸਲ ਦੀ ਇਲੈਕਸ਼ਨ ਹੋਣੀ ਹੈ, ਉਸ ਸਮੇਂ ਜੇਕਰ ਅੰਦੋਲਨ ਚੱਲਦਾ ਹੋਇਆ ਤਾਂ ਹਿੰਸਾ ਹੋ ਜਾਏਗੀ, ਜਿਹਦੇ ਨਾਲ ਇੱਕ ਮੂਵਮੈਂਟ ਜਿਹੜਾ ਪੂਰੀ ਤਰ੍ਹਾਂ ਫੇਲ ਹੋ ਸਕਦਾ ਹੈ। ਫਾਈਨਲੀ ਐਟ ਦਾ ਕਾਂਗਰਸ ਸੈਸ਼ਨ ਐਟ ਨਾਗਪੁਰ ਇਨ ਦਸੰਬਰ 1920 a compromise was worked out and non-cooperation program was adopted. ਅਖੀਰ ਦੇ ਵਿੱਚ ਦਸੰਬਰ 1920 ਜਦੋਂ ਕਾਂਗਰਸ ਦਾ ਸੈਸ਼ਨ ਨਾਗਪੁਰ ਵਿੱਚ ਹੋਇਆ ਹੈ, ਉਸ ਸਮੇਂ ਨਾਨ ਕੋਆਪਰੇਸ਼ਨ ਅੰਦੋਲਨ ਦਾ ਜੋ ਪ੍ਰੋਗਰਾਮ ਸੀ ਸਾਰੇ ਨੂੰ ਅਡੋਪਟ ਕਰ ਲਿਆ ਗਿਆ। ਕਿਵੇਂ ਅਸੀਂ ਜਿਹੜਾ ਇਹਦੀ ਸ਼ੁਰੂਆਤ ਕਰਕੇ ਸਟੈਪ ਬਾਏ ਸਟੈਪ ਇਹਨੂੰ ਅੱਗੇ ਲੈ ਕੇ ਜਾਵਾਂਗੇ। ਨਾਓ ਵੀ ਹੈਵ ਦਾ ਸਮ ਕੁਐਸਚਨਸ। ਹਾਊ ਡਿਡ ਦਾ ਮੂਵਮੈਂਟ ਅਨਫੋਲਡ? ਇਸ ਅੰਦੋਲਨ ਨੂੰ ਅੱਗੇ ਕਿਵੇਂ ਖੜਿਆ ਗਿਆ। ਹੂ ਪਾਰਟੀਸਪੇਟ ਇਨ ਇਟ? ਇਸ ਅੰਦੋਲਨ ਵਿੱਚ ਕਿਹੜੇ ਲੋਕਾਂ ਨੇ ਭਾਗ ਲਿਆ। ਹਾਊ ਡਿਡ ਡਿਫਰੈਂਟ ਸੋਸ਼ਲ ਗਰੁੱਪਸ ਕਨਸੀਵ ਦਾ ਆਈਡੀਆ ਆਫ ਨਾਨ ਕੋਆਪਰੇਸ਼ਨ? ਮੀਨਜ਼ ਸਮਾਜ ਦੇ ਵੱਖ-ਵੱਖ ਸਮੂਹ ਸਮਾਜਿਕ ਸਮੂਹ ਜਿਹੜੇ ਉਹਨਾਂ ਨੇ ਨਾਨ ਕੋਆਪਰੇਸ਼ਨ ਮੂਵਮੈਂਟ ਦਾ ਮੀਨਿੰਗ ਕੀ ਸਮਝਿਆ, ਕਿਵੇਂ ਇਸ ਦਾ ਵਿਚਾਰ ਜਿਹੜਾ ਆਪਣੇ ਮਨ ਦੇ ਵਿੱਚ ਸੈਟਅਪ ਕੀਤਾ। ਨੈਕਸਟ ਵੀ ਹੈ ਡਿਫਰੈਂਟ ਸਟੈਂਡਸ ਵਿਦਨ ਦਾ ਮੂਵਮੈਂਟ। ਸਟੈਂਡਸ ਮੀਨਸ ਧਾਰਾ, ਮੀਨਸ ਮੂਵਮੈਂਟ ਅੰਦੋਲਨ ਦੇ ਬਾਰੇ ਵੱਖਰੇ ਵੱਖਰੇ ਸਮੂਹ ਵੱਖਰੇ ਵੱਖਰੇ ਲੋਕਾਂ ਦੀ ਕੀ ਧਾਰਾ ਹੈ, ਲੋਕ ਇਸ ਮੂਵਮੈਂਟ ਬਾਰੇ ਕੀ ਸੋਚਦੇ ਸੀ। ਈਚ ਗਰੁੱਪਸ ਪਾਰਟੀਸਪੇਟਡ ਵਿਦਨ ਇਟਸ ਓਨ ਸਪੈਸੀਫਿਕ ਐਸਪੀਰੇਸ਼ਨ। ਬੇਸ਼ੱਕ ਇਹ ਮੂਵਮੈਂਟ ਅੰਦੋਲਨ ਜਿਹੜਾ ਮਹਾਤਮਾ ਗਾਂਧੀ ਵੱਲੋਂ ਨਾਨ ਕੋਆਪਰੇਸ਼ਨ ਅੰਗਰੇਜ਼ਾਂ ਦਾ ਅਸਹਿਯੋਗ ਕਰਨ ਵਾਸਤੇ ਚਲਾਇਆ ਜਾ ਰਿਹਾ ਹੈ, ਫਿਰ ਵੀ ਇਸ ਮੂਵਮੈਂਟ ਵਿੱਚ ਭਾਗ ਲੈਣ ਵਾਲੇ ਲੋਕਾਂ ਦੀ ਹਰ ਇੱਕ ਦੀ ਆਪਣੀ ਇੱਛਾ ਸੀ। ਸਾਰੇ ਲੋਕ ਆਪਣੀਆਂ ਇੱਛਾਵਾਂ ਦੀ ਪੂਰਤੀ ਕਰਨ ਵਾਸਤੇ ਪੂਰਾ ਕਰਨ ਵਾਸਤੇ ਇਸ ਅੰਦੋਲਨ ਵਿੱਚ ਭਾਗ ਲੈ ਰਹੇ ਸੀ। All of them responded to the call of the Swaraj, but the term meant different things to the different people. Means ਸਾਰੇ ਲੋਕ ਜਿਹੜਾ ਸਵਰਾਜ ਦੀ ਆਵਾਜ਼ ਅਸੀਂ ਸਵਰਾਜ ਪ੍ਰਾਪਤ ਕਰਨੀ ਆ, ਇਸ ਚੀਜ਼ ਨੂੰ ਲੈ ਕੇ ਇਕੱਠੇ ਹੋਏ, ਪਰ ਹਰ ਇੱਕ ਵਾਸਤੇ ਜਿਹੜਾ ਸਵਰਾਜ ਦਾ ਮੀਨਿੰਗ ਜਿਹੜਾ ਅਲੱਗ-ਅਲੱਗ ਸੀ। ਕਿਸਾਨਾਂ ਵਾਸਤੇ ਪੀਜੈਂਟ ਕਿਸਾਨਾਂ ਵਾਸਤੇ ਸਵਰਾਜ ਦਾ ਮੀਨਿੰਗ ਸੀ ਸਾਡੇ ਜਿਹੜੇ ਮਾਲਕ ਆ ਤਾਲੁਕਦਾਰ ਆ ਜਾਂ ਜਿਹੜੇ ਕਲਟੀਵੇਟਰਸ ਆ ਅਸੀਂ ਇਹਨਾਂ ਕੋਲੋਂ ਆਜ਼ਾਦੀ ਲੈਣੀ ਆ। ਟਰੇਡਰਸ ਵਾਸਤੇ ਇਹ ਸੀ ਕਿ ਸਾਡੇ ਉੱਪਰ ਜਿਹੜੇ ਬ੍ਰਿਟਿਸ਼ ਆਫਿਸਰ ਆ ਸਾਨੂੰ ਆਪਣੇ ਟਰੇਡ ਦੇ ਵੀ ਰੇਟ ਫਿਕਸ ਕਰਨ ਵਾਸਤੇ ਫੋਰਸ ਕਰਦੇ ਮਜਬੂਰ ਕਰਦੇ ਆ, ਅਸੀਂ ਇਹਨਾਂ ਤੋਂ ਆਜ਼ਾਦੀ ਪ੍ਰਾਪਤ ਕਰਨੀ ਆ। ਵਰਕਰ ਵਾਸਤੇ ਜਿਹੜਾ ਸਵਰਾਜ ਦਾ ਮੀਨਿੰਗ ਇਹ ਸੀ ਕਿ ਸਾਡੀ ਜਿਹੜਾ ਵਾ ਆਪਣੀ ਮਰਜ਼ੀ ਦੇ ਨਾਲ ਕੰਮ ਕੀਤਾ ਜਾਏਗਾ, ਆਪਣੀ ਮਰਜ਼ੀ ਦੇ ਨਾਲ ਅਸੀਂ ਜਿਹੜਾ ਵਰਕ ਆਰਸ ਜਿਹੜਾ ਫਿਕਸ ਕਰਾਂਗੇ ਐਕਸੈਕਟਰਾ। ਇਸ ਤਰ੍ਹਾਂ ਹਰ ਇੱਕ ਜਿਹੜੇ ਸਮੂਹ ਇਸ ਅੰਦੋਲਨ ਵਿੱਚ ਭਾਗ ਲੈ ਰਹੇ ਸੀ, ਹਰ ਇੱਕ ਵਾਸਤੇ ਜਿਹੜਾ ਵਾ ਸਵਰਾਜ ਦਾ ਮੀਨਿੰਗ ਅਲੱਗ-ਅਲੱਗ ਸੀ। ਨੈਕਸਟ ਵੀ ਹੈ ਦਾ 2.1 ਟੋਪਿਕ ਮੂਵਮੈਂਟ ਇਨ ਟਾਊਨਸ। ਸ਼ਹਿਰਾਂ ਦੇ ਵਿੱਚ ਅੰਦੋਲਨ। ਸ਼ਹਿਰਾਂ ਦੇ ਵਿੱਚ ਕਿਹੜੇ ਲੋਕਾਂ ਨੇ ਭਾਗ ਲਿਆ। ਮਿਡਲ ਕਲਾਸ ਕਿਹੜੇ ਹੁੰਦੇ ਆ। ਪੀਪਲਸ ਡੈਟ ਆਰ ਨੋਟ ਮੱਚ ਰਿਚ ਨੋਟ ਮੱਚ ਪੂਅਰ। ਜਿਹੜੇ ਲੋਕ ਨਾ ਤਾਂ ਬਹੁਤ ਜ਼ਿਆਦਾ ਅਮੀਰ ਨਾ ਬਹੁਤ ਜ਼ਿਆਦਾ ਗਰੀਬ ਹੋਣ, ਜਿਵੇਂ ਕਿ ਸਟੂਡੈਂਟਸ, ਕਾਲਜਿਸ, ਹੈਡਮਾਸਟਰ, ਲਾਇਰ ਐਕਸੈਕਟਰਾ। ਇਹਨਾਂ ਦੇ ਵਿੱਚ ਹੁਣ ਮਿਡਲ ਕਲਾਸ ਦੇ ਵਿੱਚ ਵਿਦਿਆਰਥੀ, ਕਾਲਜ ਦੇ ਵਿਦਿਆਰਥੀ ਜਾਂ ਟੀਚਰ ਸੀ ਜਿਹੜੇ ਵਕੀਲ, ਇਹਨਾਂ ਸਾਰਿਆਂ ਨੇ ਗੌਰਮੈਂਟ ਦੇ ਆਫਿਸ ਜਿਹੜੇ ਛੱਡ ਦਿੱਤੇ। ਕੌਂਸਲ ਇਲੈਕਸ਼ਨ ਬੋਇਕੋਟਡ। ਕੌਂਸਲ ਵਾਇਸਰਾਏ ਦੀ ਇਲੈਕਸ਼ਨ ਜੋ ਹੋਣ ਵਾਲੀ ਸੀ ਉਹਦਾ ਸਾਰਿਆਂ ਨੇ ਜਿਹੜਾ ਬੋਇਕੋਟ ਕਰ ਦਿੱਤਾ ਕਿ ਕੋਈ ਵੀ ਇੰਡੀਅਨ ਲੋਕ ਇਸ ਕੌਂਸਲ ਦੀ ਇਲੈਕਸ਼ਨ ਵਿੱਚ ਪਾਰਟੀਸਪੇਟ ਨਹੀਂ ਕਰੇਗਾ ਐਕਸੈਪਟ ਮਦਰਾਸ। ਮੀਨਸ ਮਦਰਾਸ ਦੇ ਵਿੱਚ ਕੁਛ ਲੋਕਾਂ ਨੇ ਜਿਹੜਾ ਇਲੈਕਸ਼ਨ ਦੇ ਵਿੱਚ ਭਾਗ ਲੈਣਾ ਚਾਹਿਆ ਸੀ। ਜਿਹੜੇ ਲੋਕਾਂ ਨੇ ਭਾਗ ਲੈਣਾ ਚਾਹਿਆ ਸੀ ਉਹ ਲੋਕ ਸੀ ਨੌਨ ਬ੍ਰਾਹਮਣ, ਉਹ ਬ੍ਰਾਹਮਣਾਂ ਤੋਂ ਕੈਟੇਗਰੀ ਤੋਂ ਅਲੱਗ ਜਿਹੜੇ ਹੋ ਜਾਂਦੇ ਆ
ਵੈਸ਼ਵ, ਕਸ਼ੱਤਰੀ ਐਕਸੈਟਰਾ, ਇਹ ਵਾਲੇ ਲੋਕ ਆ ਜਿਹੜੇ ਉਹ ਇਲੈਕਸ਼ਨ ਦੇ ਵਿੱਚ ਭਾਗ ਲੈਣਾ ਚਾਹੁੰਦੇ ਸੀ। ਉਹਦਾ ਰੀਜ਼ਨ ਇਹ ਸੀ, ਉਹਨਾਂ ਦਾ ਮੰਨਣਾ ਸੀ ਕਿ ਇਹੀ ਤਾਂ ਮੌਕਾ ਕਿ ਬ੍ਰਾਹਮਣ ਲੋਕ ਜਿਹੜਾ ਇਲੈਕਸ਼ਨ ਦੇ ਵਿੱਚ ਭਾਗ ਨਹੀਂ ਲੈ ਸਕਦੇ, ਅਤੇ ਜੇਕਰ ਅਸੀਂ ਭਾਗ ਲੈਂਦੇ ਹਾਂ, ਅਸੀਂ ਅਗਰ ਜਿੱਤ ਗਏ ਤਾਂ ਸਾਡੇ ਹੱਥਾਂ ਦੇ ਵਿੱਚ ਕੋਈ ਸ਼ਕਤੀ ਆ ਸਕਦੀ ਆ, ਪਾਵਰ ਆ ਸਕਦੀ ਆ, ਜੋ ਕਿ ਹਮੇਸ਼ਾ ਬ੍ਰਾਹਮਣ ਲੋਕਾਂ ਦੇ ਹੱਥਾਂ ਵਿੱਚ ਰਹਿੰਦੀ ਆ। ਨੈਕਸਟ, ਇਫੈਕਟ ਆਫ ਨਾਨ ਕੋਆਪਰੇਸ਼ਨ। ਨਾਨ ਕੋਆਪਰੇਸ਼ਨ ਅੰਦੋਲਨ ਦੇ ਪ੍ਰਭਾਵ ਕੀ ਪਏ? ਫਸਟ ਪੁਆਇੰਟ, ਫੋਰਨ ਗੁਡਸ ਬੋਇਕੋਟਡ। ਲੋਕਾਂ ਨੇ ਫੋਰਨ ਤੋਂ ਆਉਣ ਵਾਲੀਆਂ ਚੀਜ਼ਾਂ ਦੀ ਵਰਤੋਂ ਕਰਨ ਤੋਂ ਨਾ ਕਰ ਦਿੱਤੀ, ਉਹਨਾਂ ਦਾ ਬਾਈਕਾਟ ਕਰ ਦਿੱਤਾ। ਲਿਕਵਰ ਸ਼ਾਪਸ ਪਿਕਟਡ। ਲਿਕਵਰ ਸ਼ਾਪਸ ਮੀਨਸ ਵਾਈਨ ਵਗੈਰਾ ਦੀਆਂ ਸ਼ਾਪਸ ਸੀ, ਠੇਕੇ ਵਗੈਰਾ ਜਿਹੜੇ। ਪਿਕਟਡ ਮੀਨਸ ਇਹਨਾਂ ਨੂੰ ਜਾਣ ਵਾਲੇ ਰਸਤੇ ਲੋਕਾਂ ਵੱਲੋਂ ਬਲੌਕ ਕਰ ਦਿੱਤੇ ਗਏ। ਮਤਲਬ ਕਿ ਪਿਕਟਡ ਕਿਸੇ ਵੀ ਆਫਿਸ ਵੱਲ ਜਾਂ ਕੋਈ ਸ਼ਾਪਸ ਵੱਲ ਜਾਣ ਵਾਲਾ ਕੋਈ ਰਸਤਾ ਹੈ, ਮੋਲ ਵੱਲ ਜਾਣ ਵਾਲਾ ਰਸਤਾ ਹੈ, ਉਹਨੂੰ ਜਿਹੜਾ ਬਲੌਕ ਕਰ ਦੇਣਾ। ਇੰਪੋਰਟ ਆਫ ਫੋਰਨ ਕਲੋਥਸ ਹਾਫਡ। ਹਾਫਡ ਮੀਨਸ ਹਾਫ। 102 ਕਰੋੜ ਟੂ 57 ਕਰੋੜ। 1920-21 ਦੇ ਦੌਰਾਨ ਜਦੋਂ ਇਹ ਅੰਦੋਲਨ ਚੱਲਿਆ ਹੈ, ਇਹਦਾ ਇੰਨਾ ਅਸਰ ਹੋਇਆ ਕਿ ਅੰਗਰੇਜ਼ਾਂ ਦਾ ਵਪਾਰ, ਬ੍ਰਿਟਿਸ਼ ਦਾ ਜਿਹੜਾ ਵਪਾਰ ਪਰ ਈਅਰ ਜਿਹੜਾ 102 ਕਰੋੜ ਹੁੰਦਾ ਸੀ, ਉਹ ਘੱਟ ਕੇ ਸਿਰਫ ਅੱਧ ਦੇ ਵਿੱਚ ਆ ਗਿਆ, 57 ਕਰੋੜ ਰੁਪੀਸ ਜਿਹੜਾ ਰਹਿ ਗਿਆ। ਪਰ ਜਲਦੀ ਹੀ ਸ਼ਹਿਰਾਂ ਦੇ ਵਿੱਚ ਇਹ ਅੰਦੋਲਨ ਗ੍ਰੈਜੂਅਲੀ ਹੌਲੀ ਹੌਲੀ ਜਿਹੜਾ ਵਾ ਇਸ ਦਾ ਅਸਰ ਘਟਣਾ ਸ਼ੁਰੂ ਹੋ ਗਿਆ। ਕਾਰਨ ਕੀ ਬਣਿਆ? ਖਾਦੀ ਵਾਜ ਐਕਸਪੈਂਸਿਵ, ਮਤਲਬ ਮਹਿੰਗਾ। ਦੈਨ ਮਾਸ ਪ੍ਰੋਡਿਊਸਡ ਮਿਲ ਕਲੋਥਸ। ਖਾਦੀ ਦਾ ਕੱਪੜਾ ਜੋ ਕਿ ਮਹਾਤਮਾ ਗਾਂਧੀ ਵੱਲੋਂ ਲੋਕਾਂ ਨੂੰ ਪਾਉਣ ਵਾਸਤੇ ਕਿਹਾ ਜਾ ਰਿਹਾ ਸੀ, ਉਹ ਮਿੱਲ ਦੇ ਵਿੱਚ ਬਣੇ ਹੋਏ ਕੱਪੜੇ ਨਾਲੋਂ ਜਿਹੜਾ ਕਾਫੀ ਮਹਿੰਗਾ ਸੀ। ਮਹਿੰਗਾ ਕੱਪੜਾ ਲੋਕ ਜਿਹੜਾ ਖਰੀਦਣ ਤੋਂ ਗੁਰੇਜ਼ ਕਰ ਰਹੇ ਸੀ। ਲੈਕ ਆਫ ਅਲਟਰਨੇਟਿਵ ਇੰਡੀਅਨ ਇੰਸਟੀਟਿਊਸ਼ਨ, ਸੋ ਸਟੂਡੈਂਟਸ ਟੀਚਰ ਸਟਿਕਲਿੰਗ ਬੈਕ ਟੂ ਗੌਰਮੈਂਟ ਸਕੂਲਸ। ਹੁਣ ਇੱਥੇ ਦੇਖਿਆ ਆਪਾਂ ਕਿ ਸਟੂਡੈਂਟਸ ਨੇ ਜਿਹੜੇ ਸਕੂਲ ਕਾਲਜ ਹੈਡਮਾਸਟਰ ਵਗੈਰਾ ਨੇ ਛੱਡ ਦਿੱਤੇ, ਸਾਰਿਆਂ ਨੇ ਆਪਣੀਆਂ ਇੰਸਟੀਟਿਊਸ਼ਨ ਜੋ ਕਿ ਬ੍ਰਿਟਿਸ਼ ਦੇ ਕੰਟਰੋਲ ਵਿੱਚ ਹੀ ਉਹ ਛੱਡ ਦਿੱਤੀਆਂ। ਪਰ ਹੁਣ ਇਹਨਾਂ ਨੂੰ ਛੱਡ ਕੇ ਉਹ ਜਾਣਗੇ ਕਿੱਥੇ? ਕਿਉਂਕਿ ਇੰਡੀਅਨ ਪੀਪਲ ਨੇ ਅਜੇ ਤੱਕ ਆਪਣੀ ਕੋਈ ਇੰਸਟੀਟਿਊਸ਼ਨ ਬਣਾਈਆਂ ਨਹੀਂ ਸੀ ਕਿ ਇਹ ਲੋਕ ਬ੍ਰਿਟਿਸ਼ ਦੀਆਂ ਇੰਸਟੀਟਿਊਸ਼ਨ ਛੱਡ ਕੇ ਅਤੇ ਇੰਡੀਅਨ ਲੋਕਾਂ ਦੇ ਇੰਸਟੀਟਿਊਸ਼ਨ ਵਿੱਚ ਆ ਜਾਣ। ਇਸ ਕਰਕੇ ਇਹਨਾਂ ਲੋਕਾਂ ਨੇ ਹੌਲੀ ਹੌਲੀ ਫਿਰ ਜਿਹੜਾ ਵਾਪਸ ਗੌਰਮੈਂਟ ਦੇ ਸਕੂਲਸ, ਕਾਲਜ ਜਾਂ ਗੌਰਮੈਂਟ ਆਫਿਸ ਜਿਹੜੇ ਇਹਨਾਂ ਵੱਲ ਜਾਣਾ ਸ਼ੁਰੂ ਕਰ ਦਿੱਤਾ। ਨੈਕਸਟ ਵੀ ਇਹਦਾ 2.2 topic, rebellion in the countryside. Countryside means rural areas. From the cities, the non-cooperation movement spread to the countryside. ਕਹਿੰਦੇ ਸ਼ਹਿਰਾਂ ਤੋਂ ਅੰਦੋਲਨ ਜਿਹੜਾ ਹੌਲੀ ਹੌਲੀ ਪਿੰਡਾਂ ਵੱਲ ਫੈਲਣਾ ਸ਼ੁਰੂ ਹੋ ਗਿਆ। Here they give the example of the city. In Awadh, peasants were led by the Baba ਰਾਮਚੰਦਰ ਇਹ ਸੰਨਿਆਸੀ। ਅਵਧ ਦੇ ਵਿੱਚ ਕਿਸਾਨਾਂ ਦੇ ਅੰਦੋਲਨ ਨੂੰ ਲੀਡ ਕਰਨ ਵਾਲਾ ਬਾਬਾ ਰਾਮਚੰਦਰ ਇੱਕ ਸੰਨਿਆਸੀ ਸਾਧੂ ਸੀ ਜੋ ਕਿ ਪਹਿਲਾਂ ਲੇਬਰ ਦਾ ਕੰਮ ਕਰਦਾ ਸੀ। ਮੂਵਮੈਂਟ ਕਹਿੰਦੇ ਇੱਥੇ ਅੰਦੋਲਨ ਕਿੰਨਾ ਵਿਰੋਧ ਕੀਤਾ ਜਾ ਰਿਹਾ ਸੀ? ਤਾਲੁਕਾਦਾਰਸ ਐਂਡ ਲੈਂਡਲੋਰਡਸ। ਤਾਲੁਕਾਦਾਰਸ ਐਂਡ ਲੈਂਡਲੋਰਡਸ ਹੁੰਦੇ ਕੌਣ ਸੀ? ਜਿਵੇਂ ਅੱਜ ਅਸੀਂ ਆਪਣੀਆਂ ਜ਼ਮੀਨਾਂ ਦੇ ਮਾਲਕ ਹਾਂ, ਉਸ ਸਮੇਂ ਕਿਸਾਨ ਆਪਣੀ ਜ਼ਮੀਨ ਦਾ ਮਾਲਕ ਨਹੀਂ ਸੀ ਹੁੰਦਾ। ਜ਼ਮੀਨ ਦੇ ਮਾਲਕ ਹੁੰਦੇ ਸੀ ਇਹ ਲੋਕ, ਤਾਲੁਕਾਦਾਰ ਜਾਂ ਲੈਂਡਲੋਰਡਸ, ਜਗੀਰਦਾਰ ਜਿਨ੍ਹਾਂ ਨੂੰ ਬੋਲਿਆ ਜਾਂਦਾ ਹੈ। ਇਹਨਾਂ ਲੋਕਾਂ ਨੂੰ ਕੀ, ਜਿਸ ਤਰ੍ਹਾਂ ਆਪਾਂ ਮੰਨ ਲਓ ਇੱਕ ਵਿਲੇਜ ਦੇ ਵਿੱਚ 100 ਏਕੜ ਜ਼ਮੀਨ ਹੈ, 100 ਏਕੜ ਜ਼ਮੀਨ ਹੈ, ਪ੍ਰਤੀ ਏਕੜ ਜਿਹੜਾ ਹੈ 16 ਕੁਇੰਟਲ ਝਾੜ ਆਉਂਦਾ ਪਿਆ ਹੈ ਕਿਸੇ ਫਸਲ ਦਾ, 1600। ਹੁਣ ਅਗਰ ਗੌਰਮੈਂਟ ਨੂੰ ਟੈਕਸ ਨਿਸ਼ਚਿਤ ਕੀਤਾ ਗਿਆ ਹੈ ਕਿ ਅਸੀਂ ਜਿਹੜਾ ਵਾ ਪ੍ਰਤੀ ਏਕੜ ਦੇ 1/4 ਮੀਨਸ ਅਗਰ ਇੱਕ ਕਿੱਲੇ ਦੇ ਵਿੱਚੋਂ 16 ਕੁਇੰਟਲ ਝਾੜ ਆਇਆ ਹੈ, ਉਹਦੇ ਵਿੱਚੋਂ ਚੌਥਾ ਹਿੱਸਾ ਸਾਡਾ ਹੈ, ਮਤਲਬ 4 ਕੁਇੰਟਲ ਅਨਾਜ ਸਾਡਾ ਹੈ। ਇਸ ਹਿਸਾਬ ਨਾਲ 100 ਏਕੜ ਦੇ ਵਿੱਚੋਂ ਕਿੰਨਾ ਹੋ ਗਿਆ ਸਾਡਾ? 400, 4 × 100 400। ਹੁਣ ਇਹਨਾਂ ਲੋਕਾਂ ਦੇ ਘਰੋਂ ਤਾਲੁਕਾਦਾਰ ਔਰ ਲੈਂਡਲੋਰਡਸ ਦੇ ਕੋਲੋਂ ਗੌਰਮੈਂਟ ਨੇ ਜਿਹੜਾ ਵਾ 400 ਕੁਇੰਟਲ ਦੇ ਹਿਸਾਬ ਨਾਲ ਜਾਂ ਤਾਂ ਅਨਾਜ ਲੈ ਲੈਣਾ ਹੈ ਜਾਂ ਇਹਦੀ ਨਗਦ ਪੇਮੈਂਟ ਜਿਹੜੀ ਆ ਪਹਿਲਾਂ ਲੈ ਲੈਣੀ ਹੈ। ਹੁਣ ਉਸ ਤੋਂ ਬਾਅਦ ਇਹ ਤਾਲੁਕਾਦਾਰ ਕਿਸਾਨਾਂ ਦੇ ਕੋਲੋਂ ਬੇਸ਼ੱਕ ਗੌਰਮੈਂਟ ਨੇ ਇੱਥੇ 1/4 ਜਿਹੜਾ ਵਾ ਪਾਰਟ ਨਿਸ਼ਚਿਤ ਕੀਤਾ ਸੀ, ਇਹ ਲੋਕ ਹੁਣ ਗੌਰਮੈਂਟ ਨੂੰ ਇੰਨਾ ਟੈਕਸ ਦੇਣ ਤੋਂ ਬਾਅਦ ਬੇਸ਼ੱਕ ਕਿਸਾਨਾਂ ਦੀ ਅੱਧੀ ਫਸਲ ਰੱਖ ਲੈਣ, ਭਾਵੇਂ ਪੂਰੀ ਰੱਖ ਲੈਣ, ਗੌਰਮੈਂਟ ਇਹਨਾਂ ਦੇ ਕੰਮਾਂ ਦੇ ਵਿੱਚ ਦਖਲਅੰਦਾਜ਼ੀ ਬਿਲਕੁਲ ਨਹੀਂ ਸੀ ਕਰਦੀ ਕਿਉਂਕਿ ਗੌਰਮੈਂਟ ਜਿਹੜੀ ਆ ਉਹਨਾਂ ਨੂੰ ਆਪਣਾ ਹਿੱਸਾ ਮਿਲ ਚੁੱਕਾ ਸੀ। ਸੈਕੰਡ ਰੀਜ਼ਨ ਇਹ ਸੀ ਕਿ
ਲੈਂਡਲੋਰਡਸ ਵੱਲੋਂ ਜੋ ਟੈਕਸ ਉਗਰਾਇਆ ਹੈ ਜਾਂਦਾ ਹੈ ਕਿਸਾਨਾਂ ਦੇ ਕੋਲੋਂ, ਉਹ ਟੈਕਸ ਬਹੁਤ ਹੀ ਜ਼ਿਆਦਾ ਸੀ। ਨਾਲ ਦੀ ਨਾਲ ਇੱਕ ਟੈਕਸ ਤਾਂ ਇਹ ਹੋ ਜਾਂਦਾ ਸੀ, ਨਾਲ ਦੀ ਨਾਲ ਕਿਸਾਨਾਂ ਦੇ ਕੋਲੋਂ ਪਾਣੀ ਦਾ ਟੈਕਸ, ਜ਼ਮੀਨਾਂ ਦੇ ਉੱਪਰ ਰੁੱਖ ਲਗਾਉਣ ਦਾ, ਰੁੱਖ ਕੱਟਣ ਦਾ, ਵੈੱਲ ਖੂਹ ਪੁੱਟਣ ਦਾ, ਕਈ ਤਰ੍ਹਾਂ ਦੇ ਟੈਕਸ ਜਿਹੜੇ ਐਕਸੈਕਟਰਾ ਲਏ ਜਾਂਦੇ ਸੀ। ਥਰਡ ਨੰਬਰ 'ਤੇ ਕਿਸਾਨਾਂ ਦੇ ਕੋਲੋਂ ਬੇਗਾਰ ਵੀ ਇੱਕ ਜਿਹੜਾ ਟੈਕਸ ਦਾ ਨਾਮ ਹੈ। ਇਸ ਤਰ੍ਹਾਂ ਦੇ ਟੈਕਸ ਦੇ ਵਿੱਚ ਕਿਸਾਨਾਂ ਦੇ ਕੋਲੋਂ ਹੁਣ ਲੈਂਡਲੋਰਡਸ ਜਾਂ ਤਲੂਕਾਦਾਰਸ, ਇਹਨਾਂ ਦੇ ਘਰ ਵਿੱਚ ਕੋਈ ਕੰਮ ਹੁੰਦਾ ਸੀ, ਜਾਂ ਕੋਈ ਕਹਿ ਸਕਦੇ ਕੋਈ ਕਿਸਾਨ ਜਿਹੜਾ ਤਰਖਾਣੀ ਦਾ ਕੰਮ ਕਰਦਾ, ਤਰਖਾਣ ਹੁੰਦਾ ਏ, ਨਾਲ ਦੀ ਨਾਲ ਕਿਸਾਨੀ ਦਾ ਕੰਮ ਕਰ ਰਿਹਾ ਏ, ਉਹ ਤਰਖਾਣ ਹੋਣ ਦੇ ਨਾਤੇ ਜਿਹੜਾ ਵੀ ਕੰਮ ਉਹਨੂੰ ਆਉਂਦਾ ਏ, ਉਸ ਕੰਮ ਨੂੰ ਤਲੂਕਾਦਾਰ ਜਾਂ ਲੈਂਡਲੋਰਡ ਦੇ ਘਰ ਜਾ ਕੇ ਫ੍ਰੀ ਕੰਮ ਕਰਨਾ ਪੈਂਦਾ ਸੀ। ਸ਼ਾਰਟ ਵਰਡਸ ਵਿੱਚ ਕਹਿ ਸਕਦੇ ਹਾਂ ਕਿ ਅਗਰ ਕੋਈ ਵੀ ਸਾਡੇ ਕੋਲ ਸਕਿੱਲ ਹੈਗੀ ਆ, ਉਸ ਸਕਿੱਲ ਦੇ ਨਾਲ ਰਿਲੇਟਡ ਅਗੇ ਇਹਨਾਂ ਲੋਕਾਂ ਦੇ ਘਰ ਕੋਈ ਕੰਮ ਹੈਗਾ ਏ, ਉਹ ਕੰਮ ਇਹਨਾਂ ਲੋਕਾਂ ਦੇ ਘਰ ਸਾਨੂੰ ਜਾ ਕੇ ਫ੍ਰੀ ਕਰਨਾ ਪਏਗਾ। ਐਜ ਟੈਨੈਂਟਸ ਦੇ ਹੈਡ ਨੋ ਸਿਕਿਉਰਿਟੀ ਆਫ ਦਾ ਟੈਨੋਰ। ਟੈਨੈਂਟਸ ਮੀਨਸ ਜੋ ਲੋਕ ਜ਼ਮੀਨ ਠੇਕੇ 'ਤੇ ਲੈਂਦੇ ਆ। ਟੈਨੈਂਟ ਦੇ ਕੋਲ ਹੁਣ ਕੋਈ ਸਿਕਿਉਰਿਟੀ, ਕੋਈ ਸੁਰੱਖਿਅਤ ਨਹੀਂ ਸੀ ਕਿ ਅੱਜ ਅਸੀਂ ਜਿਹੜਾ 1 ਸਾਲ ਵਾਸਤੇ ਲੈਂਡਲੋਰਡਸ ਦੇ ਕੋਲੋਂ ਜ਼ਮੀਨ ਠੇਕੇ 'ਤੇ ਲਈ ਆ, ਉਹ ਜ਼ਮੀਨ ਬਿਲਕੁਲ ਬੰਜਰ ਆ, ਅਸੀਂ ਉਹਦੇ ਉੱਪਰ ਮਿਹਨਤ ਕੀਤੀ ਆ, ਖੂਹ ਪਟਵਾਇਆ ਵਾ, ਫਰਟੀਲਾਈਜ਼ਰ ਵਗੈਰਾ ਮਿਕਸ ਕਰਕੇ ਉਸ ਲੈਂਡ ਨੂੰ ਅਸੀਂ ਫਰਟਾਈਲ ਕਰ ਲਿਆ। ਇਹ ਜ਼ਰੂਰੀ ਨਹੀਂ ਕਿ ਅਸੀਂ ਇੰਨੀ ਮਿਹਨਤ ਕੀਤੀ ਆ ਅਤੇ ਅਗਲੇ ਸਾਲ ਵੀ ਲੈਂਡਲੋਰਡ ਸਾਨੂੰ ਇਹ ਜ਼ਮੀਨ ਦੇ ਦੇਗਾ। ਅਗਲੇ ਸਾਲ ਹੁਣ ਲੈਂਡਲੋਰਡ ਨੇ ਉਸ ਕਿਸਾਨ ਨੂੰ ਜ਼ਮੀਨ ਦੇਣੀ ਆ, ਜਦੋਂ ਠੇਕੇ 'ਤੇ ਬੋਲੀ ਚੜ੍ਹਨੀ ਆ, ਉਸ ਕਿਸਾਨ ਨੂੰ ਦੇ ਦੇਣੀ ਆ ਜੋ ਕਿ ਆਪਣਾ ਵੱਧ ਤੋਂ ਵੱਧ ਪੈਸਾ ਇਸ ਲੈਂਡਲੋਰਡਸ ਨੂੰ ਜਮ੍ਹਾਂ ਕਰਾਉਣ ਵਾਸਤੇ ਤਿਆਰ ਆ। ਨੈਕਸਟ, ਪੀਜੈਂਟਸ ਮੂਵਮੈਂਟ ਡਿਮਾਂਡ। ਕਿਸਾਨਾਂ ਦੀ ਮੰਗ ਕੀ ਸੀ? ਰਿਡਕਸ਼ਨ ਆਫ ਦਾ ਰੈਵਨਿਊ, ਟੈਕਸ ਜਿਹੜਾ ਘਟਾਇਆ ਜਾਵੇ। ਅਬੋਲਿਸ਼ਨ ਆਫ ਬੇਗਾਰ ਦੀ ਪ੍ਰਥਾ ਜਿਹੜੀ ਆ, ਜਾਂ ਇਹ ਵਾਲਾ ਟੈਕਸ ਜਿਹੜਾ ਖਤਮ ਕੀਤਾ ਜਾਵੇ। ਸੋਸ਼ਲ ਬਾਈਕਾਟ ਆਫ ਦਾ ਓਪਰੈਸਿਵ ਲੈਂਡਲੋਰਡਸ। ਜੋ ਲੈਂਡਲੋਰਡ ਓਪਰੈਸਿਵ ਜ਼ਬਰਦਸਤੀ ਸਾਡੇ ਕੋਲ ਕੰਮ ਕਰਵਾਉਂਦੇ ਆ, ਉਹਨਾਂ ਦਾ ਸਮਾਜਿਕ ਤੌਰ 'ਤੇ ਪੇਂਡੂ ਪੱਧਰ 'ਤੇ ਇਹਨਾਂ ਲੋਕਾਂ ਦਾ ਬਾਈਕਾਟ ਕੀਤਾ ਜਾਵੇ। ਇਨ 1920 ਜਵਾਹਰ ਲਾਲ ਨਹਿਰੂ ਆਪਦੇ ਦੇ ਪਿੰਡਾਂ ਦੇ ਵਿੱਚ ਗਿਆ, ਦੌਰਾ ਕੀਤਾ ਹੈ, ਉੱਥੋਂ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ, ਸਮਝਿਆ ਹੈ, ਉਹਨਾਂ ਦੀਆਂ ਸ਼ਿਕਾਇਤਾਂ ਗਰੀਵੀਐਂਸ, ਉਹਨਾਂ ਦੀਆਂ ਸ਼ਿਕਾਇਤਾਂ ਸੁਣੀਆਂ ਹੈ। ਇਹਨਾਂ ਲੋਕਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਬਾਈ ਅਕਤੂਬਰ ਓਧ ਕਿਸਾਨ ਸਭਾ ਨਾਂ ਦੀ ਇੱਕ ਸੰਸਥਾ ਦੀ ਜਿਹੜੀ ਸਥਾਪਨਾ ਜਵਾਹਰ ਲਾਲ ਨਹਿਰੂ ਨੇ ਕੀਤੀ ਹੈ। ਨਾਲ ਦੀ ਨਾਲ ਇਹਦਾ ਲੀਡਰ ਜਵਾਹਰ ਲਾਲ ਨਹਿਰੂ, ਬਾਬਾ ਰਾਮਚੰਦਰ ਅਤੇ ਕੁਛ ਹੋਰ ਪਿੰਡ ਦੇ ਜਾਂ ਇਲਾਕੇ ਦੇ ਜਿਹੜੇ ਮਹੱਤਵਪੂਰਨ ਇੰਪੋਰਟੈਂਟ ਰੈਪੂਟੇਸ਼ਨ ਹੈ ਲੋਕ, ਉਹਨਾਂ ਨੂੰ ਲੀਡਰ ਹੈਡਡ ਬਣਾਇਆ ਗਿਆ। ਨੈਕਸਟ, ਵਿਦਨ ਮੰਥ, 1 ਮਹੀਨੇ ਦੇ ਵਿੱਚ ਹੀ ਜਾਂ ਕੁਛ ਮਹੀਨਿਆਂ ਤੱਕ ਹੀ ਜਿਹੜਾ ਇਸ ਸੰਸਥਾ ਦੀਆਂ 300 ਜਿਹੜੀਆਂ ਵੱਖ-ਵੱਖ ਬ੍ਰਾਂਚਿਸ, ਜਿਹੜੀਆਂ ਸ਼ਾਖਾਵਾਂ ਆਪਦੇ ਦੇ ਵੱਖ-ਵੱਖ ਇਲਾਕਿਆਂ ਵਿੱਚ ਖੋਲ੍ਹ ਦਿੱਤੀਆਂ ਗਈਆਂ। ਸੋ ਵੈਨ ਨਾਨ ਕੋਆਪਰੇਸ਼ਨ ਮੂਵਮੈਂਟ, ਜਦੋਂ ਇਸ ਤਰ੍ਹਾਂ ਨਾਨ ਕੋਆਪਰੇਸ਼ਨ ਮੂਵਮੈਂਟ ਚੱਲਿਆ, ਇਹਨਾਂ ਸਾਰੇ ਲੋਕਾਂ ਨੇ ਵੱਧ ਤੋਂ ਵੱਧ ਕਿਸਾਨਾਂ ਮਜ਼ਦੂਰਾਂ ਨੂੰ ਇਕੱਠਾ ਕਰਕੇ ਨਾਨ ਕੋਆਪਰੇਸ਼ਨ ਅੰਦੋਲਨ ਦਾ ਸਾਥ ਦਿੱਤਾ ਅਤੇ ਇਸ ਵੱਡੇ ਅੰਦੋਲਨ ਵਿੱਚ ਹੀ ਆਪਣੇ ਛੋਟੇ ਅੰਦੋਲਨ ਜਿਹੜੇ ਮਿਕਸ ਕਰ ਦਿੱਤੇ। ਬਟ ਦਾ ਕਾਂਗਰਸ ਵਾਜ ਅਨਹੈਪੀ, ਮੀਨਸ ਹੁਣ ਕਾਂਗਰਸ ਦਾ ਅੰਦੋਲਨ ਇਹਨਾਂ ਲੋਕਾਂ ਦੇ ਨਾਲ ਆਉਣ ਕਰਕੇ ਵੱਡਾ ਤਾਂ ਹੋਇਆ ਸੀ, ਪਰ ਕਾਂਗਰਸ ਦੇ ਜਿਹੜੇ ਮੇਨ ਲੀਡਰ ਸੀ ਇਹਨਾਂ ਦੇ ਆਉਣ ਨਾਲ ਖੁਸ਼ ਨਹੀਂ ਸੀ। ਕਿਉਂ ਨਹੀਂ ਸੀ ਖੁਸ਼? ਕਿਉਂਕਿ ਇਹਨਾਂ ਲੋਕਾਂ ਨੇ ਆਉਂਦੇ ਸਾਰ 1921 ਦੇ ਵਿੱਚ ਵਾਇਓਲੇਸ਼ਨ ਕਰਨੀ ਸ਼ੁਰੂ ਕਰ ਦਿੱਤੀ। ਮਹਾਤਮਾ ਗਾਂਧੀ ਨੇ ਆਪਣਾ ਅੰਦੋਲਨ ਨਾਨ ਵਾਇਓਲੇਸ਼ਨ ਤਰੀਕੇ ਨਾਲ ਸਟਾਰਟ ਕੀਤਾ। ਇਹਨਾਂ ਲੋਕਾਂ ਨੇ ਆ ਕੇ ਵਾਇਓਲੇਸ਼ਨ ਸ਼ੁਰੂ ਕਰ ਦਿੱਤੀ। ਆਪਣੇ ਮਨ ਦੀਆਂ ਇੱਛਾਵਾਂ ਦੀ ਪੂਰਤੀ ਕਰਨ ਵਾਸਤੇ, ਬਦਲੇ ਲੈਣ ਵਾਸਤੇ ਇਹਨਾਂ ਨੇ ਤਲੂਕਾਦਾਰ, ਮਰਚੈਂਟ, ਵਪਾਰੀ ਵਗੈਰਾ ਹੀ ਇਹਨਾਂ ਦੇ ਘਰਾਂ ਦੇ ਉੱਪਰ ਅਟੈਕ ਕਰਨਾ ਸ਼ੁਰੂ ਕਰ ਦਿੱਤਾ, ਬਾਜ਼ਾਰਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ। ਜਿੰਨੇ ਵੀ ਇਹਨਾਂ ਦੇ ਅਨਾਜ ਭੰਡਾਰ ਸੀ ਉਹਨਾਂ ਨੂੰ ਇਹਨਾਂ ਨੇ ਵਾਰੀ ਲੁੱਟ ਲਿਆ। ਇਹਨਾਂ ਨੇ ਅਜਿਹੇ ਸਾਰੇ ਕੰਮ ਕਰਨ ਵਾਸਤੇ ਜਿਹੜਾ ਮਹਾਤਮਾ ਗਾਂਧੀ ਦਾ ਨਾਮ ਵਰਤਿਆ ਕਿ ਸਾਨੂੰ ਅਜਿਹੇ ਕੰਮ ਕਰਨ ਵਾਸਤੇ, ਆਪਣੀਆਂ ਇੱਛਾਵਾਂ ਦੀ ਪੂਰਤੀ ਕਰਨ ਵਾਸਤੇ ਮਹਾਤਮਾ ਗਾਂਧੀ ਨੇ ਆਗਿਆ ਦਿੱਤੀ।